ਵਾਹਿਗੁਰੂ ਜੀ ਕਾ ਖਾਲਸਾ श्री ਵਾਹਿਗੁਰੂ जी की फतेह। ਅੱਜ ਆਪਾਂ ਗੱਲ ਕਰਾਂਗੇ ਕਰਮਾਂ ਦੇ ਬਾਰੇ। ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਚਲੋ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ। ਕਿਹਾ ਜਾਂਦਾ ਹੈ ਕਿ ਬੰਦਾ ਜੋ ਬੀਜਦਾ ਹੈ ਉਹੀ ਫਲ ਪਾਉਂਦਾ ਹੈ। ਕੁਦਰਤ ਦੇ ਰੰਗਾਂ ਦਾ ਕਿਸੇ ਨੂੰ ਭੇਦ ਨਹੀਂ। ਬੰਦਾ ਆਪਣੇ ਪਿਛਲੇ ਕਰਮ ਨਾਲ ਲੈ ਕੇ ਹੀ ਪੈਦਾ ਹੁੰਦਾ ਹੈ ਤੇ ਅੱਗੇ ਦੇ ਕਰਮ ਉਹ ਆਪ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਂਦਾ ਹੈ। ਜਿਹੋ ਜਿਹੇ ਕਰਮ ਉਹ ਕਰਦਾ ਹੈ ਜੀਵਨ ਵਿੱਚ ਉਸੇ ਕਰਮਾਂ ਦਾ ਹੀ ਖਾਂਦਾ ਹੈ ਤੇ ਇਹਨਾਂ ਕਰਮਾਂ ਤੋਂ ਬੰਦਾ ਬਚ ਨਹੀਂ ਸਕਦਾ। ਆਖਿਰ ਇਹ ਭੋਗਣੇ ਹੀ ਪੈਂਦੇ ਹਨ। ਅਜਿਹੀ ਇੱਕ ਅਨੋਖੀ ਤੇ ਚਮਤਕਾਰੀ ਘਟਨਾ ਪੰਜਾਬ ਦੇ ਨਾਭੇ ਸ਼ਹਿਰ ਦੇ ਵਿੱਚ ਹੋਈ ਹੈ, ਜਿੱਥੇ ਦੇ ਕੁਲਵੀਰ ਸਿੰਘ ਸਿੱਧੂ ਦੇ ਵੱਡੇ ਵਪਾਰੀ ਨਾਲ ਇਹ ਘਟਨਾ ਵਾਪਰੀ ਹੈ। ਇੱਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਅਤੇ ਦੇਖ ਕੇ ਬੰਦਾ ਸੁੰਨ ਹੋ ਗਿਆ ਅਤੇ ਮਾੜੇ ਕਰਮਾਂ ਵਾਲਿਆਂ ਦੀ ਰੂਹ ਅੰਦਰ ਤੱਕ ਕੰਬ ਕੇ ਤੇ ਪਰਮਾਤਮਾ ਦਾ ਡਰ ਨਾਲ ਮਨਾਂ ਦੇ ਅੰਦਰ ਘਰ ਕਰ ਗਈ। ਅਸਲ ਗੱਲ ਤਾਂ ਇਹ ਹੈ ਕਿ ਜੇਕਰ ਮੌਤ ਦਾ ਡਰ ਨਾ ਹੋਵੇ ਤਾਂ ਬੰਦਾ ਪਰਮਾਤਮਾ ਨੂੰ ਕਦੇ ਵੀ ਯਾਦ ਨਹੀਂ ਕਰੇਗਾ। ਮੌਤ ਦੇ ਕਰੀਬ ਜਾਂਦੇ ਹੀ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਸਾਡਾ ਇਸ ਜੀਵਨ ਦੇ ਵਿੱਚ ਆਉਣ ਦਾ ਮਕਸਦ ਹੀ ਪਰਮਾਤਮਾ ਨੂੰ ਯਾਦ ਕਰਨਾ ਹੈ। ਸੋ ਕੁਲਵੀਰ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ। ਪਟਿਆਲੇ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਕਾਰੋਬਾਰ ਸੀ। ਘਰ ਦੇ ਵਿੱਚ ਸਾਰੀਆਂ ਹੀ ਸੁੱਖ ਸਹੂਲਤਾਂ ਸੀ, ਪਰ ਕਾਫੀ ਸਮੇਂ ਤੋਂ ਉਹਨਾਂ ਦੇ ਘਰ ਵਿੱਚ ਔਲਾਦ ਨਹੀਂ ਸੀ ਤੇ ਇਲਾਜ ਕਰਵਾਇਆ ਪਰ ਉਹਨਾਂ ਦੇ ਘਰ ਕੋਈ ਔਲਾਦ ਨਾ ਹੋਈ ਤੇ ਉਹਨਾਂ ਦੇ ਪਰਿਵਾਰ ਦਾ ਮਿਲਾਪ ਇੱਕ ਸਾਧੂ ਪੁਰਸ਼ ਦੇ ਨਾਲ ਹੋਇਆ। ਪਰਮਾਤਮਾ ਦੀ ਉਸਤਤ ਕਰਨ ਦਾ ਮਾਰਗ ਉਸ ਸਾਧੂ ਨੇ ਸਮਝਾਇਆ ਤੇ ਹਰ ਰੋਜ਼ ਜਪਜੀ ਸਾਹਿਬ ਦੇ ਪਾਠ ਦੀ ਸੇਵਾ ਤੇ ਗੁਰੂ ਘਰ ਜਾਣ ਦੀ ਸੇਵਾ ਦਿੱਤੀ ਗਈ। ਪੂਰੇ 3 ਸਾਲਾਂ ਬਾਅਦ ਜਦੋਂ ਉਹਨਾਂ ਨੇ ਇਹ ਨਿਯਮ ਬਣਾ ਲਿਆ ਤਾਂ ਉਹਨਾਂ ਦੇ ਘਰ ਇੱਕ ਲੜਕੇ ਨੇ ਜਨਮ ਲਿਆ। ਪਰਿਵਾਰ ਦੇ ਵਿੱਚ ਖੁਸ਼ੀ ਸੀ। ਜਦੋਂ ਸਮੇਂ ਦੇ ਨਾਲ-ਨਾਲ ਲੜਕਾ ਵੱਡਾ ਹੋਇਆ ਤਾਂ 7 ਸਾਲਾਂ ਦੀ ਉਮਰ ਦੇ ਵਿੱਚ ਉਸ ਨੂੰ ਕੋਈ ਭਿਆਨਕ ਬਿਮਾਰੀ ਲੱਗ ਗਈ। ਜਦੋਂ ਤੱਕ ਬਿਮਾਰੀ ਦਾ ਪਤਾ ਲੱਗਿਆ ਤਾਂ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਇਲਾਜ ਦੇ ਦੌਰਾਨ ਹੀ ਡਾਕਟਰ ਨੇ ਜਵਾਬ ਦੇ ਦਿੱਤਾ ਤੇ ਵਾਪਿਸ ਘਰ ਲੈ ਜਾਣ ਦੀ ਸਲਾਹ ਦਿੱਤੀ। ਪਰਿਵਾਰ ਬਹੁਤ ਦੁਖੀ ਸੀ ਕਿਉਂਕਿ ਇੰਨੇ ਸਮੇਂ ਬਾਅਦ ਇੰਨੀਆਂ ਅਰਦਾਸਾਂ ਸੁਖਣਾ ਸੁੱਖ ਕੇ ਔਲਾਦ ਪਾਈ ਸੀ, ਪਰ ਹੁਣ ਉਹ ਵੀ ਇਸ ਬਿਮਾਰੀ ਦੇ ਨਾਲ ਖਤਮ ਹੋਣ ਜਾਣ ਵਾਲੀ ਸੀ। ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਇਲਾਜ ਵੱਲੋਂ ਡਾਕਟਰਾਂ ਨੇ ਮਨਾ ਕਰ ਦਿੱਤਾ ਸੀ ਤਾਂ ਲੜਕੇ ਦੀ ਹਾਲਤ ਦਿਨ ਪਰ ਦਿਨ ਖਰਾਬ ਹੁੰਦੀ ਜਾ ਰਹੀ ਸੀ ਤੇ ਸਵਾਸ ਨਹੀਂ ਨਿਕਲ ਰਹੇ ਸੀ। ਲੜਕਾ ਤੜਫ ਰਿਹਾ ਸੀ। ਕਰਦੇ ਕਰਦੇ 1 ਸਾਲ ਨਿਕਲ ਗਿਆ। ਔਲਾਦ ਦਾ ਗਮ ਵਿੱਚ ਲੜਕੇ ਦੀ ਮਾਤਾ ਵੀ ਪੂਰੀ ਹੋ ਗਈ ਤੇ ਹੁਣ ਕੁਲਵੀਰ ਸਿੰਘ ਤੇ ਉਸਦਾ ਬਿਮਾਰ ਲੜਕਾ ਹੀ ਘਰ ਦੇ ਵਿੱਚ ਰਹਿ ਚੁੱਕੇ ਸੀ। ਜਦੋਂ ਕਾਫੀ ਸਮਾਂ ਲੰਘਿਆ ਤਾਂ ਉਸਨੇ ਸਾਧੂ ਦੀ ਤਲਾਸ਼ ਕੀਤੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਔਲਾਦ ਹੋਈ ਸੀ, ਪਰ ਕਾਫੀ ਲੱਭਣ ਦੇ ਬਾਵਜੂਦ ਵੀ ਉਹ ਸਾਧੂ ਨਾ ਮਿਲਿਆ ਤੇ ਉਸਨੇ ਦੁਬਾਰਾ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਆਪਣਾ ਕਾਰੋਬਾਰ ਛੱਡ ਕੇ ਉਹ ਆਪਣੇ ਲੜਕੇ ਨੂੰ ਰੋਜ਼ ਲੈ ਕੇ ਗੁਰਦੁਆਰੇ ਸਾਹਿਬ ਵਿੱਚ ਬੈਠ ਜਾਂਦਾ। ਕਾਫੀ ਲੋਕਾਂ ਨੇ ਕਿਹਾ ਕਿ ਤੁਸੀਂ ਉਸ ਬਾਬੇ ਦੇ ਕੋਲ ਚਲੇ ਜਾਓ, ਕਦੇ ਕਿਸੇ ਸਾਧੂ ਦੇ ਕੋਲ ਚਲੇ ਜਾਓ। ਜਿੱਥੇ ਕੋਈ ਦੱਸਦਾ ਕੁਲਵੀਰ ਸਿੰਘ ਆਪਣੇ ਲੜਕੇ ਨੂੰ ਲੈ ਕੇ ਉੱਥੇ ਹੀ ਚਲਾ ਜਾਂਦਾ, ਪਰ ਕਿਸੇ ਦੇ ਕੋਲੋਂ ਕੋਈ ਫਰਕ ਨਹੀਂ ਪਿਆ ਤੇ ਆਖਿਰ ਹਾਰ ਕੇ ਉਹ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਬੈਠਾ ਰਹਿੰਦਾ। ਆਖਿਰ ਇੱਕ ਦਿਨ ਕਾਫੀ ਪਰੇਸ਼ਾਨ ਹੋ ਕੇ ਉਸ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੇਰੇ ਪੁੱਤਰ ਨੂੰ ਠੀਕ ਕਰ ਦਵੋ, ਹੁਣ ਮੈਂ ਕਿਤੇ ਹੋਰ ਨਹੀਂ ਜਾਣਾ। ਬਹੁਤ ਦੁੱਖ ਭੋਗ ਲਿਆ ਮੇਰੇ ਲੜਕੇ ਨੇ, ਹੁਣ ਮੈਂ ਹੋਰ ਨਹੀਂ ਦੇਖ ਸਕਦਾ ਤੇ ਨਾ ਹੀ ਹੋਰ ਕਿਤੇ ਜਾ ਸਕਦਾ। ਕਿਰਪਾ ਕਰੋ ਮੇਰੇ ਲੜਕੇ ਤੇ। ਜੇਕਰ ਮੇਰੇ ਪੁੱਤਰ ਦਾ ਦੁੱਖ ਦੂਰ ਨਾ ਕੀਤਾ ਤਾਂ ਮੁੜ ਮੇਰਾ ਵਿਸ਼ਵਾਸ ਪਰਮਾਤਮਾ ਦੇ ਉੱਤੋਂ ਉੱਠ ਜਾਵੇਗਾ। ਮੈਂ ਮੁੜ ਇਸ ਗੁਰੂ ਘਰ ਨਹੀਂ ਆਵਾਂਗਾ। ਉਸ ਵੇਲੇ ਕਿਰਪਾ ਹੋਈ। ਕੁਝ ਕੁ ਦਿਨਾਂ ਦੇ ਵਿੱਚ ਹੀ ਉਸ ਦੇ ਲੜਕੇ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਲੱਗਿਆ। ਦੇਖਦੇ ਹੀ ਉਸ ਦਾ ਲੜਕਾ ਠੀਕ ਹੋ ਗਿਆ ਤੇ ਇੱਕ ਦਿਨ ਪੂਰਾ ਸਿਹਤਮੰਦ ਹੋ ਗਿਆ। ਵੱਡਾ ਹੋਇਆ ਪਿਤਾ ਦਾ ਕਾਰੋਬਾਰ ਸਾਂਭਣ ਲੱਗਿਆ। ਉਦੋਂ ਤੱਕ ਉੱਥੇ ਕੋਈ ਹੋਰ ਹੀ ਭਾਣਾ ਵਰਤ ਚੁੱਕਿਆ ਸੀ। ਸਮੇਂ ਦੇ ਨਾਲ ਜਿੱਥੇ ਉਸ ਦਾ ਲੜਕਾ ਠੀਕ ਹੁੰਦਾ ਰਿਹਾ, ਉੱਥੇ ਕੁਲਵੀਰ ਸਿੰਘ ਦੇ ਅੰਦਰ ਇੱਕ ਭਿਆਨਕ ਰੋਗ ਜਨਮ ਲੈਂਦਾ ਰਿਹਾ ਅਤੇ ਲੜਕੇ ਦੀ ਫਿਕਰ ਕਰਦੇ ਹੀ ਕਰਦੇ ਉਸ ਨੇ ਆਪਣੇ ਦੁੱਖ ਨੂੰ ਇਗਨੋਰ ਕਰ ਦਿੱਤਾ ਤੇ ਆਖਿਰ ਉਹ ਦੁੱਖ ਅੰਦਰ ਹੀ ਅੰਦਰ ਇੱਕ ਭਿਆਨਕ ਨਾ ਇਲਾਜ ਰੋਗ ਬਣ ਗਿਆ। ਜਦੋਂ ਸਰੀਰ ਬਿਲਕੁਲ ਹੀ ਖੜ ਗਿਆ ਤਾਂ ਡਾਕਟਰਾਂ ਤੋਂ ਚੈੱਕਅਪ ਕਰਵਾਇਆ ਤਾਂ ਉਹ ਭਿਆਨਕ ਬਿਮਾਰੀ ਆਪਣੀ ਆਖਰੀ ਸਟੇਜ ਦੇ ਉੱਤੇ ਸੀ। ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ। ਉਸ ਦਾ ਲੜਕਾ ਉਸ ਨੂੰ ਘਰ ਵਾਪਸ ਲੈ ਆਇਆ ਤੇ ਦਿਨੋਂ ਦਿਨ ਸਰੀਰ ਡਿੱਗਣ ਲੱਗਿਆ ਤੇ ਉਹ ਮੰਜੇ ਦੇ ਨਾਲ ਹੀ ਜੁੜ ਗਿਆ। ਨਾ ਇਲਾਜ ਹੋ ਚੁੱਕਿਆ ਕੁਲਵੀਰ ਸਿੰਘ ਹੁਣ ਆਪਣੇ ਆਖਰੀ ਸਮੇਂ ਦੇ ਵਿੱਚ ਸੀ। ਲੜਕੇ ਨੇ 2 ਸਾਲ ਸੇਵਾ ਕੀਤੀ ਪਰ ਸਵਾਸ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਨਿਕਲਨੇ ਸੀ।
ਸੋ ਇੱਕ ਦਿਨ ਕੁਲਵੀਰ ਸਿੰਘ ਨੇ ਆਪਣੇ ਲੜਕੇ ਨੂੰ ਕਿਹਾ ਕਿ ਤੂੰ ਕਾਰੋਬਾਰ ਵੀ ਦੇਖਦਾ ਹੈ ਤੇ ਮੇਰੀ ਸੇਵਾ ਵੀ ਕਰਦਾ ਹੈ, ਤੂੰ ਵਿਆਹ ਕਰਵਾ ਲੈ, ਤੇਰੇ ਘਰ ਵਾਲੀ ਮੇਰੀ ਸੇਵਾ ਕਰਿਆ ਕਰੇਗੀ। ਲੜਕੇ ਨੇ ਪਿਤਾ ਦੀ ਗੱਲ ਮੰਨੀ ਤੇ ਵਿਆਹ ਕਰਵਾ ਲਿਆ। ਉਹੀ ਹੋਇਆ ਜੋ ਅੱਜ ਕੱਲ ਜ਼ਿਆਦਾਤਰ ਘਰਾਂ ਦੇ ਵਿੱਚ ਹੁੰਦਾ ਹੈ। 2 ਮਹੀਨਿਆਂ ਬਾਅਦ ਹੀ ਨੂੰਹ ਨੇ ਕਹਿ ਦਿੱਤਾ ਕਿ ਸਾਡੇ ਕੋਲ ਇੰਨੇ ਪੈਸੇ ਹੈ, ਕੁਲਵੀਰ ਸਿੰਘ ਨੂੰ ਕਿਸੇ ਵਿਰਧਾ ਆਸ਼ਰਮ ਦੇ ਵਿੱਚ ਛੱਡ ਆਓ। ਆਪਾਂ ਕਿਉਂ ਉਸ ਦੀ ਸੇਵਾ ਦੀ ਟੈਨਸ਼ਨ ਲਈਏ, ਉੱਥੇ ਪੈਸੇ ਦੇਈ ਜਾਵਾਂਗੇ, ਉਹ ਆਪਣੇ ਆਪ ਹੀ ਸੇਵਾ ਕਰਨਗੇ। ਲੜਕਾ ਵੀ ਉਸ ਦੀ ਗੱਲਾਂ ਦੇ ਵਿੱਚ ਆ ਗਿਆ ਅਤੇ ਆਪਣੇ ਪਿਤਾ ਕੁਲਵੀਰ ਸਿੰਘ ਨੂੰ ਇਸ ਹਾਲਤ ਦੇ ਵਿੱਚ ਘਰੋਂ ਕੱਢਣ ਲਈ ਤਿਆਰ ਹੋ ਗਿਆ। ਜਦੋਂ ਕੁਲਵੀਰ ਸਿੰਘ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੇ ਲੜਕੇ ਨੂੰ ਕਿਹਾ ਕਿ ਇੰਨੇ ਸਮੇਂ ਤੋਂ ਤੂੰ ਮੇਰੀ ਸੇਵਾ ਕਰ ਰਿਹਾ ਸੀ ਤੇ ਅੱਜ ਨੂੰਹ ਦੇ ਆਉਣ ਤੋਂ ਬਾਅਦ ਇੱਕਦਮ ਕੀ ਹੋ ਗਿਆ। ਪਰ ਦੁਖੀ ਕੁਲਵੀਰ ਸਿੰਘ ਨੇ ਉਸ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ। ਵਿਰਧਾ ਆਸ਼ਰਮ ਵਿੱਚ ਛੱਡਿਆ ਗਿਆ, ਉੱਥੇ ਹਰ ਮਹੀਨੇ ਪੈਸੇ ਦਿੱਤੇ ਜਾਂਦੇ ਤੇ ਉਸ ਦੀ ਸੇਵਾ ਕੀਤੀ ਜਾਂਦੀ। ਕਰਦਿਆਂ ਹੀ ਕਰਦਿਆਂ ਉਸ ਦੀ ਹਾਲਤ ਹੋਰ ਖਰਾਬ ਹੁੰਦੀ ਗਈ, ਪਰ ਸਵਾਸ ਨਹੀਂ ਸੇ ਨਿਕਲ ਰਹੇ। ਇੱਕ ਦਿਨ ਟੀਵੀ ਦੇ ਉੱਤੇ ਉਸਨੇ ਉਸ ਸਾਧੂ ਦੀ ਖਬਰ ਦੇਖੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਔਲਾਦ ਹੋਈ ਸੀ। ਆਸ਼ਰਮ ਦੇ ਸੇਵਕ ਨੂੰ ਕੁਲਵੀਰ ਸਿੰਘ ਨੇ ਕਿਹਾ ਕਿ ਮੈਨੂੰ ਤੂੰ ਇਸ ਸਾਧੂ ਦੇ ਕੋਲ ਲੈ ਚੱਲ। ਉਸ ਸੇਵਕ ਨੇ ਕਿਹਾ ਕਿ ਇਹ ਬਹੁਤ ਵੱਡਾ ਸਾਧੂ ਹੈ, ਇਹ ਤੁਹਾਨੂੰ ਕਿਵੇਂ ਮਿਲੇਗਾ, ਤੇ ਉਸ ਨੇ ਕਿਹਾ ਕਿ ਇਹ ਮੈਨੂੰ ਜਾਣਦਾ ਹੈ, ਤੂੰ ਬਸ ਮੈਨੂੰ ਉੱਥੇ ਲੈ ਚੱਲ। ਆਖਿਰ ਉਹ ਸਾਧੂ ਦੇ ਕੋਲ ਪਹੁੰਚਿਆ। ਉਹ ਸਾਧੂ ਸਿਆਣਾ ਸੀ ਤੇ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਸੀ। ਉਸਨੇ ਕੁਲਵੀਰ ਸਿੰਘ ਨੂੰ ਦੇਖਦੇ ਹੀ ਪਹਿਚਾਣ ਲਿਆ ਤੇ ਸਾਧੂ ਉਸ ਦੀ ਇਹ ਹਾਲਤ ਦੇਖ ਕੇ ਮੁਸਕਰਾਉਣ ਲੱਗਿਆ। ਕੁਲਵੀਰ ਸਿੰਘ ਨੇ ਕਿਹਾ ਕਿ ਮਹਾਤਮਾ ਜੀ, ਤੁਸੀਂ ਮੁਸਕਰਾ ਰਹੇ ਹੋ, ਮੇਰੀ ਇਸ ਹਾਲਤ ਦਾ ਕਾਰਨ ਦੱਸੋ। ਮੈਂ ਤਾਂ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਮੇਰੀ ਇਸ ਹਾਲਤ ਦੇ ਪਿੱਛੇ ਕਿਹੜੇ ਮੇਰੇ ਮਾੜੇ ਕਰਮ ਨੇ। ਤਾਂ ਸਾਧੂ ਨੇ ਕਿਹਾ, ਜੋ ਵੀ ਹਾਲਾਤ ਹੁੰਦੇ ਨੇ ਉਹਨਾਂ ਦੇ ਪਿੱਛੇ ਕਾਰਨ ਹੀ ਹੁੰਦਾ ਹੈ। ਇਹ ਜ਼ਰੂਰ ਕਰਮਾਂ ਦਾ ਹੀ ਭੋਗਣਾ ਹੈ ਜਾਂ ਫਿਰ ਹੋਰ ਕਿਸੇ ਦੇ ਕਰਮ ਹਨ ਜੋ ਤੂੰ ਭੋਗ ਰਿਹਾ ਹੈ। ਤਾਂ ਕੁਲਵੀਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਬਹੁਤ ਬਿਮਾਰ ਰਹਿੰਦਾ ਸੀ, ਉਸ ਦੀ ਅਰਦਾਸ ਮੈਂ ਗੁਰਦੁਆਰੇ ਸਾਹਿਬ ਵਿੱਚ ਕੀਤੀ ਸੀ ਤਾਂ ਉਹ ਠੀਕ ਹੋ ਗਿਆ, ਪਰ ਜਦੋਂ ਦਾ ਮੈਂ ਬਿਮਾਰ ਪਿਆ ਉਸਨੇ ਮੈਨੂੰ ਘਰੋਂ ਕੱਢ ਦਿੱਤਾ। ਤਾਂ ਸਾਧੂ ਨੇ ਕਿਹਾ ਕਿ ਆਪਾਂ ਜੋ ਬੀਜਦੇ ਹਾਂ ਉਹੀ ਪਾਉਂਦੇ ਹਾਂ। ਬੀਜ ਦੇਖਣ ਦੇ ਵਿੱਚ ਤਾਂ ਇੱਕੋ ਜਿਹੇ ਲੱਗਦੇ ਹਨ, ਪਰ ਜਦੋਂ ਉਹ ਉੱਗਦੇ ਹਨ ਉਹਨਾਂ ਦੀ ਕਿਸਮਾਂ ਦਾ ਪਤਾ ਲੱਗਦਾ ਹੈ, ਉਹਨਾਂ ਨੂੰ ਫਲ ਲੱਗਦਾ ਹੈ ਜਾਂ ਨਹੀਂ, ਉਹ ਉਹਨਾਂ ਦੇ ਕਰਮਾਂ ਦੇ ਉੱਪਰ ਹੀ ਹੁੰਦਾ ਹੈ। ਸੋ ਆਖਿਰ ਕੁਲਵੀਰ ਸਿੰਘ ਨੂੰ ਸਾਧੂ ਨੇ ਕਿਹਾ ਕਿ ਤੈਨੂੰ ਇਹ ਦੁੱਖ ਭੋਗਣਾ ਹੀ ਪੈਣਾ ਹੈ, ਇਹ ਕਰਮ ਭੋਗਣੇ ਹੀ ਪੈਣਗੇ। ਸੋ ਇਸ ਤਰ੍ਹਾਂ ਕਰਦੇ ਕੁਲਵੀਰ ਸਿੰਘ ਨੇ ਸਾਧੂ ਅੱਗੇ ਅਰਦਾਸ ਕੀਤੀ ਕਿ ਮੈਨੂੰ ਇਸ ਸਰੀਰ ਤੋਂ ਮੁਕਤ ਕਰਵਾ ਦਿਓ। ਤਾਂ ਸਾਧੂ ਨੇ ਉਸ ਕੋਲ ਬੈਠ ਕੇ 3 ਦਿਨ ਲਗਾਤਾਰ ਜਪਜੀ ਸਾਹਿਬ ਦਾ ਪਾਠ ਕੀਤਾ ਤੇ 3 ਦਿਨਾਂ ਬਾਅਦ ਉਹਦੇ ਸਵਾਸ ਨਿਕਲ ਗਏ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।